ਇਹ ਨਾ ਸਮਝੋ ਕਿ ਅੰਦੋਲਨ ਕੱਲਾ ਕਿਸਾਨਾਂ ਦਾ, ਬਿਲਕੁਲ ਇਹ ਹਰੇਕ ਬੰਦੇ ਦਾ ਅੰਦੋਲਨ ਹੈ। ਮੈਨੂੰ ਇਹ 'ਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ। ਜਿਹੜਾ ਕੱਲ ਦੇ ਬੰਦ ਦੀ ਕਾਲ ਆ ਲਓਗੇ ਹਿੱਸਾ ਤੁਸੀਂ ਵੀ ਫਿਰ ਇਸ ਚੀਜ਼ ਬਿਲਕੁਲ, ਅਸੀਂ ਸਿਰਫ ਇਕੱਲੇ ਹੀ ਨਹੀਂ, ਸਾਰੇ ਪੰਜਾਬ ਦੇ ਮੁਸਲਮਾਨ ਆਪਣੇ ਆਪਣੇ ਏਰੀਏ 'ਚ ਆਪਣੇ ਆਪਣੇ ਹਲਕਿਆਂ 'ਚ ਜਿੱਥੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਧਰਨਾ ਦੇਣਗੀਆਂ, ਕਾਲਾ ਦਿਵਸ ਮਨਾਉਣਗੀਆਂ, ਉਹਨਾਂ ਦੇ ਨਾਲ ਸ਼ਾਮਲ ਰਹਿਣਗੇ। ਔਰ ਪਾਸੇ ਸਰਕਾਰ ਨੇ ਕਿਹਾ ਕਿ MSP ਉੱਥੇ ਹੀ ਰਹੂਗੀ ਜੀ ਕਿ ਵੀ ਜਿਹੜਾ ਘੱਟੋ ਘੱਟ ਸੇਲ ਦਾ ਪ੍ਰਾਈਸ ਹੈ ਉਹ ਸਰਕਾਰ ਤੈਅ ਕਰ ਦਿਆ ਕਰੂਗੀ। ਦੂਜੇ ਪਾਸੇ ਕਹੀ ਜਾਂਦੇ ਹੋ ਕਿ ਪ੍ਰਾਈਵੇਟ ਕੰਪਨੀਆਂ ਆਉਣਗੀਆਂ। ਦੋ ਗੱਲਾਂ ਇੱਕ ਬਰਾਬਰ ਕਿੱਦਾਂ ਹੋ ਸਕਦੀਆਂ? ਮੈਂ ਆਪਣਾ ਸਾਰਾ ਸਮਾਨ ਲੈ ਕੇ ਚੱਲ ਜਾਂਦਾ, ਮੈਂ ਆਪਣੇ ਆਲੂ ਪਿਆਜ਼ ਜਾਂ ਕਣਕ ਲੈ ਕੇ ਦਿੱਲੀ ਚੱਲ ਜਾਂਦਾ ਵੇਚਣ ਲਈ। ਉੱਥੇ ਮੰਡੀ 'ਚ ਪਹਿਲਾਂ ਤੋਂ 10 ਰੁਪਏ ਘੱਟ ਭਾਅ ਚੱਲ ਰਿਹਾ, ਤੇ ਮੈਨੂੰ ਹੁਣ ਮੈਂ ਕੀ ਉੱਥੋਂ ਆਪਣੀਆਂ ਟਰਾਲੀਆਂ ਲੈ ਕੇ ਵਾਪਸ ਪੰਜਾਬ ਆਊਂਗਾ? ਬਿਲਕੁਲ ਜੀ, ਉਹ ਤਾਂ ਪਹਾੜੇ ਨਹੀਂ ਉਹ ਤਾਂ ਮੈਨੂੰ ਫਿਰ ਦੇਣੀ ਪੈਣੀ ਹੈ, ਉੱਥੇ ਘਾਟੇ 'ਚ ਵੀ ਦੇਣੀ ਪੈਣੀ ਹੈ। ਤੇ ਪਹਿਲੀ ਗੱਲ ਤਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਗਵਰਨਮੈਂਟ ਦੇ ਟੀਚੇ 'ਚ ਔਰ ਪ੍ਰਾਈਵੇਟ ਕੰਪਨੀ ਦੇ ਟੀਚੇ 'ਚ ਫਰਕ ਹੈ। ਫਿਰ ਤੁਸੀਂ ਕਿਸ ਹਿਸਾਬ ਨਾਲ ਕਹਿੰਦੇ ਹੋ ਕਿ ਅਸੀਂ ਪ੍ਰਾਈਵੇਟ ਕਰਕੇ ਤੁਹਾਨੂੰ ਸਹੂਲਤ ਦੇ ਰਹੇ? ਤੁਸੀਂ ਸਹੂਲਤ ਨਹੀਂ ਦੇਣ ਜਾ ਰਹੇ, ਤੁਸੀਂ ਪ੍ਰਾਈਵੇਟ ਕੰਪਨੀਆਂ ਦੇ ਹੱਥ ਖੇਤ ਨੂੰ ਵੇਚਣ ਜਾ ਰਹੇ। ਇਹਦਾ ਮਤਲਬ ਇਹ ਹੈ ਤੁਸੀਂ ਕਿਸਾਨਾਂ ਦੇ ਹੱਕ 'ਚ ਆਰਡੀਨੈਂਸ ਨਹੀਂ ਪਾਸ ਕੀਤਾ, ਤੁਸੀਂ ਸਿਆਸੀ ਹਵਾ ਪਰਖਣ ਦੇ ਲਈ ਇੱਕ ਕਾਨੂੰਨ ਬਣਾਇਆ। ਇਹ ਤਾਂ ਚਲੋ ਪਹਿਲਾਂ ਕਿਸਾਨ ਨੂੰ ਤਾਂ ਇਹ ਤਾਂ ਸੀ ਨਾ ਵੀ ਫਸਲ ਚੱਕੀ, ਆੜ੍ਹਤੀਆ ਤਿਆਰ ਬੈਠਾ, ਪਿੱਛੋਂ ਪੰਜਾਬ ਸਰਕਾਰ ਨੇ ਜਾਂ ਜਿਹੜੀਆਂ ਵੀ ਸਟੇਟ ਦੀਆਂ ਗਵਰਨਮੈਂਟ ਆ ਉਹਨਾਂ ਨੇ ਤੈਅ ਕੀਤਾ ਹੈ, SDM ਦੀ ਡਿਊਟੀ ਲਾਈ ਹੈ, DC ਦੀ ਵੀ ਫਸਲ ਚੱਕਣੀ ਹੈ ਹਫਤੇ ਦੇ ਵਿੱਚ। ਇਹ ਤਾਂ ਸੀਗਾ ਨਾ ਵੀ ਚਲੋ ਜਾ ਰਹੇ ਮੰਡੀ ਤੇ ਕੰਮ ਹੋਣ ਵਾਲਾ। ਹੁਣ ਤਾਂ ਤੁਸੀਂ ਨਵਾਂ ਕੰਮ ਕਰਤਾ, ਇਹਦੇ ਨਾਲ ਤਾਂ ਨਵੀਂ ਪਰੇਸ਼ਾਨੀ ਜਿਹੜੀ ਹੈ ਖੜੀ ਹੋ ਗਈ। ਜਿਹਦੇ 2 ਕਿੱਲੇ ਆ ਉਹ ਟਰਾਲੀ ਭਰ ਕੇ ਕਿੱਥੇ ਚੱਲ ਜਾਵੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮੋ ਤੇ ਮੈਂ ਤਰਲੋਚਨ ਸਿੰਘ ਗਿੱਲਾਂ। ਸਾਡਾ ਇੱਕ ਸਿੱਖ ਕੌਮ ਦਾ, ਇੱਕ ਮੁਸਲਮਾਨ ਕੌਮ ਦਾ ਇੱਕ ਸਾਂਝ ਰਹੀ ਆ ਸਾਡੇ ਗੁਰੂ ਸਾਹਿਬਾਨ ਤੋਂ, ਚਾਹੇ ਉਹ ਗਨੀ ਖਾਂ ਤੇ ਨਬੀ ਖਾਂ ਹੋਣ, ਚਾਹੇ ਸਾਡੇ ਸਿੱਖਾਂ ਦੇ ਮੱਕੇ ਦਾ ਨੀਂਹ ਪੱਥਰ ਰੱਖਣ ਵਾਲੇ ਉਹ ਸਾਈਂ ਮੀਆਂ ਮੀਰ ਜੀ ਹੋਣ। ਅੱਜ ਪੰਜਾਬ ਤੇ ਹਰਿਆਣਾ ਵਾ ਜਿਹੜਾ ਉਹ ਸੜਕਾਂ ਦੇ ਉੱਤੇ ਹੋਇਆ ਕਿਹਾ ਤਾਂ ਜਾ ਰਿਹਾ ਇਕੱਲਾ ਕਿਸਾਨਾਂ ਦਾ ਅੰਦੋਲਨ, ਲੇਕਿਨ ਇਹ ਕਿਸਾਨਾਂ ਦਾ ਅੰਦੋਲਨ ਨਹੀਂ। ਕਿਸਾਨਾਂ ਦੇ ਨਾਲ ਹਰ ਉਹ ਮਜ਼ਦੂਰ ਆ ਜੋ ਆਪਦਾ ਰੋਜ਼ੀ ਰੋਟੀ ਕਹਿ ਸਕਦੇ ਹਾਂ ਕਿ ਰੋਜ਼ਾਨਾ ਕਮਾਉਂਦਾ ਤੇ ਰੋਜ਼ਾਨਾ ਖਾਂਦਾ। ਇੱਥੇ ਜਿਹੜੇ ਦੇਸ਼ ਦੀਆਂ ਸਰਕਾਰਾਂ ਨੇ, ਹਾਕਮ ਨੇ ਸਾਡੇ ਦੇਸ਼ ਦੇ, ਉਹ ਸਾਨੂੰ ਸਿਆਣੇ ਕਹਿੰਦੇ ਹੁੰਦੇ ਸੀ ਕਿ ਬੰਨ੍ਹ ਕੇ ਖੀਰ ਖਵਾਉਣ ਵਾਲਾ ਕੰਮ ਕਰ ਰਹੀ ਆ। ਸਰਕਾਰਾਂ ਜਿਹੜੀਆਂ ਹੁਕਮਰਾਨ ਨੇ, ਬੜਾ ਹੀ ਮੈਂ 37-38 ਸਾਲ ਦੀ ਮੇਰੀ ਆਰਜ਼ੂ ਦੇ ਵਿੱਚ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਕੋਈ ਇੱਦਾਂ ਦਾ ਬਿੱਲ ਆ ਜਿਹੜਾ ਸਰਕਾਰ ਕਹਿ ਰਹੀ ਆ ਕਿ ਤੁਹਾਨੂੰ ਫਾਇਦੇ 'ਚ ਆ, ਪਰ ਜਿਨ੍ਹਾਂ ਨੂੰ ਉਹ ਕਹਿ ਰਹੀ ਆ ਫਾਇਦੇ 'ਚ ਆ, ਉਹ ਕਹਿੰਦੇ ਜੀ ਅਸੀਂ ਇਹ ਫਾਇਦਾ ਨਹੀਂ ਲੈਣਾ, ਪਰ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਦੇਣਾ ਵਾ। ਇੱਥੇ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਸਰਕਾਰ ਦਾ ਜਿਹੜਾ ਧੱਕਾ ਵਾ ਕਿਸਾਨਾਂ ਦੇ ਪ੍ਰਤੀ ਜਾਂ ਸਾਡੇ ਪੰਜਾਬੀਆਂ ਦੇ ਪ੍ਰਤੀ ਕਹਿ ਸਕਦੇ ਹਾਂ, ਉਹਦਾ ਕਿੰਨਾ ਕੁ ਸਾਡੀ ਜਿਹੜੀ ਕੌਮ ਆ ਉਹ ਸਰਕਾਰ ਨੂੰ ਟੱਕਰ ਦੇ ਸਕਦੀ ਆ। ਕਿ ਸਰਕਾਰ ਨੇ ਜਿੰਨਾ ਧੱਕਾ ਕਰਕੇ ਇਹ ਬਿੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਕਰਵਾ ਲਿਆ ਵਾ, ਕਿ ਇਹ ਧੱਕਾ ਕਰਕੇ ਸਰਕਾਰ ਸਾਡੇ ਉੱਤੇ ਇਹ ਬਿੱਲ ਥੋਪੂਗੀ। ਇਸ ਚੀਜ਼ ਦਾ ਸਲਾਹ ਕਰਨ ਵਾਸਤੇ, ਇਸ ਚੀਜ਼ ਦੀ ਮਸ਼ਵਰਾ ਲੈਣ ਵਾਸਤੇ ਉਸ ਕੌਮ ਦੇ ਨਾਲ ਅਸੀਂ ਅੱਜ ਸਾਂਝ ਇੱਕ ਤਰ੍ਹਾਂ ਦੀ ਸਾਂਝੀ ਕਰਨ ਲਈ ਤੇ ਸਾਡੀ ਕੌਮ ਦੇ ਲਈ ਅੱਜ ਉਹ ਲੜਾਈ ਦੇ ਵਿੱਚ ਸਾਡੇ ਪ੍ਰਤੀ ਕੀ ਸੋਚਦੇ ਨੇ, ਉਹ ਅੱਜ ਇਹਨਾਂ ਦਾ ਮਸ਼ਵਰਾ ਲੈਣ ਲਈ ਅੱਜ ਮੈਂ ਪਹੁੰਚਿਆ ਵਾਂ ਸ਼ਾਹੀ ਇਮਾਮ ਜੀ ਕੋਲ, ਜਾਮਾ ਮਸਜਿਦ ਆ, ਇਤਿਹਾਸਕ ਮਸਜਿਦ ਆ ਲੁਧਿਆਣੇ ਦੀ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਤਾਂ ਸਵਾਗਤ ਹੈ ਸਰ ਜੀ। ਤੁਸੀਂ ਦੇਖ ਰਹੇ ਹੋ ਪਿਛਲੇ ਕਾਫੀ ਦਿਨਾਂ ਤੋਂ, ਮੈਂ ਵੀ ਦੇਖ ਰਿਹਾ ਕਿ ਸਰਕਾਰ ਇੱਕ ਕਹਿ ਰਹੀ ਆ ਕਿ ਨਹੀਂ ਜੀ ਅਸੀਂ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨਾ, ਪਰ ਜਿਨ੍ਹਾਂ ਦੀ ਦੁੱਗਣੀ ਕਰਨੀ ਆ ਉਹ ਕਹਿੰਦੇ ਨਹੀਂ ਜੀ ਸਾਨੂੰ ਲੋੜ ਨਹੀਂ ਹੈਗੀ। ਪਰ ਸਰਕਾਰ ਧੱਕਾ ਕਿਉਂ ਕਰ ਰਹੀ ਆ ਕਿ ਨਹੀਂ ਜੀ ਨਹੀਂ ਤੁਹਾਡੀ ਕਰਨੀ ਆ ਇਹ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਪਿਛਲੇ 10-15 ਦਿਨ ਤੋਂ ਕਿਸਾਨ ਆਰਡੀਨੈਂਸ ਨੂੰ ਲੈ ਕੇ ਜਿਹੜਾ ਕਿ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ, ਕਿਸਾਨਾਂ ਨੇ ਉਹਦਾ ਵਿਰੋਧ ਕੀਤਾ। ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਅੱਜ ਤੋਂ 5 ਦਿਨ ਪਹਿਲਾਂ ਪਾਰਲੀਮੈਂਟ ਦੇ ਦੋਨੋਂ ਸਦਨਾਂ ਦੇ ਵਿੱਚ ਉਹ ਕਾਨੂੰਨ ਜਿਹੜਾ ਹੈ ਪਾਸ ਕਰ ਦਿੱਤਾ।
ਮੈਂ ਸਮਝਦਾ ਹਾਂ ਕਿ ਜਮਹੂਰੀਅਤ ਦੇ ਵਿੱਚ ਇਹ ਬੜਾ ਹੀ ਮਦਭਾਗਾ ਸਿਸਟਮ ਸ਼ੁਰੂ ਹੋ ਰਿਹਾ ਹੈ ਕਿ ਜਿਨ੍ਹਾਂ ਵੀ ਲੋਕਾਂ ਦੇ ਲਈ ਕੋਈ ਕਾਨੂੰਨ ਬਣਾਇਆ ਜਾਂਦਾ ਹੈ, ਘੱਟੋ ਘੱਟ ਪਾਰਲੀਮੈਂਟ ਚਾਹੇ ਉੱਥੇ ਚੁਣੇ ਹੋਏ ਮੈਂਬਰਾਂ ਮੌਜੂਦ ਨੇ, ਉਹਨਾਂ ਨੂੰ ਇਹ ਜ਼ਰੂਰੀ ਸਮਝਿਆ ਜਾਵੇ ਕਿ ਉਹ ਕਿਸੇ ਵੀ ਪਾਰਟੀ ਦੇ ਅਧੀਨ ਨਾ ਹੋਣ। ਘੱਟੋ ਘੱਟ ਆਪਣੀ ਰਾਏ ਤਾਂ ਖੁੱਲ੍ਹ ਕੇ ਦੇਣ। ਅੱਜ ਕੱਲ੍ਹ ਸਾਡੇ ਦੇਸ਼ 'ਚ ਇੱਕ ਨਵਾਂ ਰਿਵਾਜ਼ ਚੱਲ ਪਿਆ ਕਿ ਪਾਰਟੀ ਜਿਹੜਾ ਵੀ ਆਪਣਾ ਮੈਨੀਫੈਸਟੋ ਜਾਰੀ ਕਰਦੀ ਹੈ, ਹੁਣ ਅਗਰ ਉਸ ਮੈਨੀਫੈਸਟੋ ਨਾਲ ਜਨਤਾ ਮੁਤਫਿਕ ਨਹੀਂ ਹੈ ਔਰ ਉਹ ਪਾਰਟੀ ਸੱਤਾ 'ਚ ਆ ਜਾਂਦੀ ਹੈ ਤੇ ਉਹ ਧੱਕੇ ਨਾਲ ਉਹਨੂੰ ਲਾਗੂ ਕਰ ਦਿੱਤਾ ਜਾ ਰਿਹਾ ਹੈ। ਤੇ ਮੈਂ ਸਮਝਦਾ ਮਦਭਾਗਾ ਹੈ। ਕਿਸਾਨਾਂ ਲਈ ਕਾਨੂੰਨ ਬਣਾਇਆ ਸੀ ਤੇ ਕਿਸਾਨਾਂ ਨੂੰ ਪੁੱਛਣਾ ਚਾਹੀਦਾ। ਇਹ ਕਿਤੇ ਇਹ ਤਾਂ ਨਹੀਂ ਕਿ ਜਿਵੇਂ ਆਪਾਂ ਦੇਖਿਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਅੰਦਰ ਤਾੜ ਕੇ ਉਹਨਾਂ ਤੇ ਧਾਰਾ 370 ਵੀ ਖਤਮ ਕੀਤੀ ਗਈ, 35 ਵੀ ਖਤਮ ਕੀਤੀ ਗਈ। ਉਹ ਕਿਤੇ ਇਹ ਤਾਂ ਨਹੀਂ ਪੰਜਾਬ ਦੇ ਨਾਲ ਤਰਾਸਦੀ ਵਾਪਰਨ ਵਾਲੀ ਇਹਨਾਂ ਹਾਲਾਤਾਂ ਤੋਂ ਲੱਗਦਾ ਤਾਂ ਨਹੀਂ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਇਸ ਵੇਲੇ ਮੁੱਦਾ ਕਿਸਾਨਾਂ ਦਾ ਚੱਲ ਰਿਹਾ ਜੀ, ਤੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਵੀ ਹੁਣ ਮੈਦਾਨ ਦੇ ਵਿੱਚ ਆ ਗਈਆਂ, ਕਿਸਾਨ ਵੀ ਮੈਦਾਨ ਦੇ ਵਿੱਚ ਨੇ। ਅਸੀਂ ਪੰਜਾਬ ਦੇ ਕਿਸਾਨ ਨੂੰ ਬਤੌਰੇ ਕਿਸਾਨ ਹੀ ਹਿਮਾਇਤ ਕਰ ਰਹੇ ਹਾਂ। ਜੀ, ਪਹਿਲੀ ਗੱਲ ਤਾਂ ਇਹ ਕਿਉਂਕਿ ਪੰਜਾਬੀ ਜਿਹੜੇ ਉਹ ਸਾਰੇ ਜ਼ਿਮੀਂਦਾਰ ਹੁੰਦੇ ਨੇ ਜ਼ਿਆਦਾਤਰ, ਮੈਂ ਹੋਵਾਂ ਤੁਸੀਂ ਹੋਵੀਏ, ਜੀ, ਜੀ, ਭਾਵੇਂ ਸ਼ਹਿਰੀ ਵੀ ਹਾਂ ਤਾਂ ਵੀ ਕਿਸੇ ਨੇ ਜ਼ਿਮੀਂਦਾਰਾ ਕਿਸੇ ਨਾ ਕਿਸੇ ਦਾ ਹੈ, ਜਾਂ ਕਿਸਾਨ ਜਿਹੜਾ ਹੈ ਉਹਦੇ ਨਾਲ ਹਰੇਕ ਬੰਦੇ ਦਾ ਸਿੱਧਾ ਜਾਂ ਅਸਿੱਧਾ ਸੰਬੰਧ ਜੁੜਿਆ ਹੈ। ਹੁਣ ਕਿਸਾਨ ਹੈ, ਫਿਰ ਖੇਤ ਮਜ਼ਦੂਰ ਹੈ, ਫਿਰ ਉਹਨੂੰ ਜਿਹੜੀ ਸੰਦ ਮੁਹੱਈਆ ਕਰਦੀਆਂ ਕੰਪਨੀਆਂ 'ਚ ਟਰੈਕਟਰ ਨੇ, ਕੰਬਾਈਨਾਂ ਨੇ, ਉਹ ਨੇ, ਫਿਰ ਬੀਜ ਮੁਹੱਈਆ ਕਰਨ ਵਾਲੇ ਲੋਕ ਨੇ, ਫਿਰ ਜਿਹੜੀ ਲਿਫਟਿੰਗ ਕਰਨ ਵਾਲੇ ਲੋਕ ਮਜ਼ਦੂਰ ਹੋ ਗਏ, ਮੰਡੀਆਂ ਹੋ ਗਈਆਂ, ਬੋਰੀਆਂ ਵਾਲੇ ਹੋ ਗਏ, ਫਿਰ ਉਹੀ ਆੜਤੀ ਨੇ, ਫਿਰ ਆੜਤੀਆਂ ਤੋਂ ਬਾਅਦ ਉਹ ਪੈਸਾ ਲੋਕੀ ਸ਼ਾਦੀਆਂ 'ਚ ਖਰਚ ਕਰਦੇ ਨੇ, ਕੱਪੜੇ ਦੁਕਾਨਾਂ ਤੋਂ ਕੱਪੜਾ ਖਰੀਦਣਾ, ਵਾਢੀ ਤੋਂ ਬਾਅਦ ਤੇ ਉਹੀ ਉਹ ਵਾਢੀਆਂ ਤੋਂ ਬਾਅਦ ਹੀ ਸੋਨਾ ਖਰੀਦਿਆ ਜਾਣਾ। ਤੇ ਇਹ ਨਾ ਸਮਝੋ ਕਿ ਇਹ ਅੰਦੋਲਨ ਇਕੱਲਾ ਕਿਸਾਨਾਂ ਦਾ, ਬਿਲਕੁਲ ਜੀ, ਇਹ ਹਰੇਕ ਬੰਦੇ ਦਾ ਅੰਦੋਲਨ ਹੈ। ਇਹ 'ਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ। ਮੈਨੂੰ ਇੱਥੇ ਇਹ ਲੱਗਦਾ ਵਾ ਕਿ ਜਿਹੜਾ ਇਹ ਅੰਦੋਲਨ ਆ, ਕਿਸਾਨਾਂ ਨੂੰ ਤਾਂ ਫੇਰ ਵੀ ਨੁਕਸਾਨ ਘੱਟ ਆ, ਆਮ ਪਬਲਿਕ ਨੂੰ ਜ਼ਿਆਦਾ ਵਾ। ਕਿਉਂਕਿ ਇੱਕ ਇਹਨਾਂ ਨੇ ਆਰਡੀਨੈਂਸ ਦੇ ਵਿੱਚ ਇੱਕ ਸ਼ਰਤ ਲਾਗੂ ਕੀਤੀ ਆ ਕਿ ਪਹਿਲਾਂ ਇਹ ਸੀ ਕਿ ਜੇ ਤੁਸੀਂ 100 ਕੁਆਂਟਲ ਮੰਨ ਲਓ ਪਿਆਜ਼ ਪੈਦਾਵਾਰ ਕਰਦੇ ਆ ਤਾਂ ਤੁਸੀਂ 20 ਕੁਆਂਟਲ ਜਾਂ 10 ਕੁਆਂਟਲ ਰੱਖ ਕੇ ਬਾਕੀ ਤੁਹਾਨੂੰ ਮਾਰਕੀਟ 'ਚ ਦੇਣਾ ਪਊਗਾ। ਪਰ ਇਹਨਾਂ ਨੇ ਕਿਹਾ ਕਿ ਹੁਣ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਸਕਦੇ ਹੋ। ਸਾਨੂੰ ਵੀ ਪਤਾ, ਤੁਸੀਂ ਵੀ ਸਮਝਦਾਰ ਹੋ ਕਿ ਕਿਸਾਨ ਇੰਨਾ ਸਟੋਰ ਨਹੀਂ ਕਰ ਸਕਦਾ। ਕਿਸਾਨ ਤਾਂ ਆਪਣੇ ਜੋਗਾ ਰੱਖ ਕੇ ਬਾਕੀ ਜਿਹੜਾ ਦਊਗਾ ਉਹ ਬਿਜ਼ਨਸਮੈਨ ਨੂੰ ਦਊਗਾ। ਇੱਥੇ ਇਹ ਨਹੀਂ ਹੋਊਗਾ ਕਿ ਪੂੰਜੀਪਤੀ ਜਿਹੜੇ ਲੋਕ ਨੇ ਉਹ ਸਾਡੇ ਤੇ ਕਾਬਜ਼ ਹੋ ਜਾਣਗੇ, ਮਹਿੰਗਾਈ ਜ਼ਿਆਦਾ ਹੈ ਨਾ ਜੀ। ਇੱਕ ਪਾਸੇ ਸਰਕਾਰ ਨੇ ਕਿਹਾ ਕਿ ਐਮਐਸਪੀ ਉੱਥੇ ਹੀ ਰਹੂਗੀ ਜੀ, ਕਿ ਵੀ ਜਿਹੜਾ ਘੱਟੋ ਘੱਟ ਸੇਲ ਦਾ ਪ੍ਰਾਈਸ ਹੈ ਉਹ ਸਰਕਾਰ ਤੈਅ ਕਰ ਦਿਆ ਕਰੂਗੀ। ਦੂਜੇ ਪਾਸੇ ਕਹੀ ਜਾਂਦੇ ਹੋ ਕਿ ਪ੍ਰਾਈਵੇਟ ਕੰਪਨੀਆਂ ਆਉਣਗੀਆਂ। ਦੋ ਗੱਲਾਂ ਇੱਕ ਬਰਾਬਰ ਕਿੱਦਾਂ ਹੋ ਸਕਦੀਆਂ? ਤੀਸਰੀ ਗੱਲ ਇਹ ਕਿ ਜਦ ਜਿਹਨਾਂ ਦਾ ਸਮਾਨ ਹੈ, ਜਿਹੜੇ ਲੋਕ ਵੇਚਣਾ ਚਾਹੁੰਦੇ ਨੇ, ਉਹਨਾਂ ਦੀ ਜਦ ਰਜ਼ਾਮੰਦੀ ਨਹੀਂ ਹੈ ਤੇ ਫਿਰ ਤੁਸੀਂ ਧੱਕੇ ਨਾਲ ਕਿੱਦਾਂ ਉਹਨੂੰ ਪ੍ਰਾਈਵੇਟ ਕਰ ਸਕਦੇ ਹੋ? ਇੱਕ ਪ੍ਰਾਈਵੇਟ ਕੰਪਨੀ ਹੈ, ਕਿਸਾਨ, ਮੈਂ ਆਪਣਾ ਸਾਰਾ ਸਮਾਨ ਲੈ ਕੇ ਚੱਲ ਜਾਂਦਾ, ਮੈਂ ਆਪਣੇ ਆਲੂ ਪਿਆਜ਼ ਜਾਂ ਕਣਕ ਲੈ ਕੇ ਦਿੱਲੀ ਚੱਲ ਜਾਂਦਾ ਵੇਚਣ ਲਈ। ਉੱਥੇ ਮੰਡੀ 'ਚ ਪਹਿਲਾਂ ਤੋਂ 10 ਰੁਪਏ ਘੱਟ ਭਾਅ ਚੱਲ ਰਿਹਾ ਤੇ ਮੈਨੂੰ ਹੁਣ ਮੈਂ ਕੀ ਉੱਥੋਂ ਆਪਣੀਆਂ ਟਰਾਲੀਆਂ ਲੈ ਕੇ ਵਾਪਸ ਪੰਜਾਬ ਆਊਂਗਾ? ਬਿਲਕੁਲ ਜੀ, ਉਹ ਤਾਂ ਭਾੜੇ ਨਹੀਂ ਪੂਰੇ, ਉਹ ਤਾਂ ਮੈਨੂੰ ਫਿਰ ਦੇਣੀ ਪੈਣੀ ਹੈ, ਉੱਥੇ ਘਾਟੇ 'ਚ ਵੀ ਦੇਣੀ ਪੈਣੀ ਹੈ। ਮੇਰੇ ਤੋਂ ਘਾਟੇ ਤੋਂ ਲੈਣ ਤੋਂ ਬਾਅਦ ਕੰਪਨੀਆਂ ਨੇ ਭਾਅ ਉੱਤੇ ਚੱਕ ਦੇਣਾ। ਬਿਲਕੁਲ ਜੀ, ਤੇ ਮੈਨੂੰ ਕੀ ਉਹਦਾ ਫਾਇਦਾ ਹੋਇਆ? ਇੱਥੇ ਤਾਂ ਚਲੋ ਆੜਤੀ ਪਾਬੰਦ ਹੈ ਨਾ, ਕੇਂਦਰ ਸਰਕਾਰ ਨੂੰ ਛੱਡੋ, ਸਟੇਟ ਗੌਰਮੈਂਟਾਂ ਪੁਰਾਣੇ ਕਾਨੂੰਨ ਦੇ ਤਹਿਤ ਪਾਬੰਦ ਹੈ ਇਸ ਗੱਲ ਦੀਆਂ ਵੀ ਕਣਕ ਚੱਕਣੀ ਹੈ, ਜੀਰੀ ਚੱਕਣੀ ਹੈ ਜੀ, ਫਸਲ ਉਤਰੀ ਗੰਨਾ ਚੱਕਣਾ ਮਿਲਾਂ ਨੇ। ਹੁਣ ਤੁਸੀਂ ਉਹ ਪਾਬੰਦੀ ਖਤਮ ਕਰ ਰਹੇ ਹੋ। ਤੁਸੀਂ ਆਜ਼ਾਦੀ ਦੇ ਨਾਂ ਤੇ ਈਸਟ ਇੰਡੀਆ ਕੰਪਨੀ ਦੇ ਸਟਾਈਲ ਨਾਲ ਲੋਕਾਂ ਨੂੰ, ਜਿਹੜੀਆਂ ਪੂੰਜੀਪਤੀ ਕੰਪਨੀਆਂ ਫਿਰ ਤਾਂ ਉਹ ਤੈਅ ਕਰਨਗੀਆਂ ਨੇ ਜੀ ਜੀਰੀ ਕੀ ਭਾ ਜਾਣੀ ਹੈ। ਇਹ ਸਿੱਧੇ ਢੰਗ ਨਾਲ ਕਿਤੇ ਅਡਾਨੀਆਂ ਅੰਬਾਨੀਆਂ ਨੂੰ ਸਾਡੇ ਤੇ ਕਾਬਜ਼ ਕਰਨ ਦੀ ਕੋਸ਼ਿਸ਼। ਅਡਾਨੀ ਅੰਬਾਨੀ ਨਹੀਂ, ਕੋਈ ਵੀ ਹੋਵੇ ਜਿਹੜੀ ਵੀ ਪ੍ਰਾਈਵੇਟ। ਦੇਖੋ, ਦੋ ਗੱਲਾਂ ਆਮ ਲੋਕਾਂ ਨੂੰ ਸਮਝਣਾ ਚਾਹੀਦਾ। ਸਰਕਾਰ ਦਾ ਟੀਚਾ ਕੀ ਹੈ, ਪ੍ਰਾਈਵੇਟ ਕੰਪਨੀਆਂ ਦਾ ਟੀਚਾ ਕੀ ਹੈ, ਇਸ ਗੱਲ ਨੂੰ ਸਮਝ ਲਓ। ਸਰਕਾਰ ਦਾ ਟੀਚਾ ਹੁੰਦਾ ਹੈ ਕਿ ਅਸੀਂ ਸਟਾਈਲ ਆਫ ਲਿਵਿੰਗ, ਯਾਨੀ ਜਿਹੜਾ ਲੋਕਾਂ ਦਾ ਰਹਿਣ ਸਹਿਣ ਹੈ, ਇਹਨੂੰ ਉੱਤੇ ਚੱਕਣਾ। ਇਸ ਲਈ ਸਰਕਾਰ ਚੁਣੀ ਜਾਂਦੀ ਹੈ ਕਿ ਵੀ ਅਸੀਂ ਸਰਕਾਰ ਚੁਣੀ, ਅਸੀਂ ਟੈਕਸ ਦੇ ਰਹੇ ਹਾਂ, ਇਸ ਲਈ ਇਨਕਮ ਟੈਕਸ ਵੀ ਦੇ ਰਹੇ ਹਾਂ, GST ਇਸ ਲਈ ਦੇ ਰਹੇ ਹਾਂ, ਸੇਲ ਟੈਕਸ ਇਸ ਲਈ ਦੇ ਰਹੇ ਹਾਂ, ਸਾਡੀਆਂ ਸੜਕਾਂ ਅੱਛੀਆਂ ਹੋਣ, ਸਾਡੇ ਸਕੂਲ ਅੱਛੇ ਹੋਣ, ਹਸਪੀਟਲ ਅੱਛੇ ਹੋਣ, ਪੁਲਿਸ ਦਾ ਮਹਿਕਮਾ ਅੱਛਾ ਹੋਵੇ, ਇਨਸਾਫ ਚੰਗੀ ਤਰ੍ਹਾਂ ਮਿਲ ਸਕੇ, ਸਾਡੀ ਹਸਪੀਟੈਲਿਟੀ ਅੱਛੀ ਹੋਵੇ। ਇਹ ਸਰਕਾਰ ਦਾ ਟੀਚਾ ਹੈ। ਬਿਲਕੁਲ ਜੀ। ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਪ੍ਰਾਈਵੇਟ ਕਰ ਰਹੇ ਹਾਂ ਜੀ, ਅਸੀਂ ਰੇਲਵੇ ਪ੍ਰਾਈਵੇਟ ਕਰ ਦਾਂਗੇ ਜੀ, ਅਸੀਂ ਬੈਂਕ ਪ੍ਰਾਈਵੇਟ ਕਰਤੇ ਜੀ, ਅਸੀਂ ਹਿੰਦੁਸਤਾਨ ਲੀਵਰ ਲਿਮਟਿਡ ਪ੍ਰਾਈਵੇਟ ਕਰਤੀ ਜੀ, ਅਸੀਂ LIC ਪ੍ਰਾਈਵੇਟ। ਪ੍ਰਾਈਵੇਟ ਕੰਪਨੀ ਦਾ ਕੀ ਟੀਚਾ ਹੈ? ਪ੍ਰਾਈਵੇਟ ਕੰਪਨੀ ਨੂੰ ਇਹ ਮਤਲਬ ਨਹੀਂ ਕਿ ਤੁਸੀਂ ਕੀ ਖਾਂਦੇ ਹੋ, ਕੀ ਪਾਉਂਦੇ ਹੋ। ਉਹਦਾ ਇੱਕੋ ਹੀ ਟੀਚਾ ਹੈ ਕਿ ਕੰਪਨੀ ਦੀ ਅਰਨਿੰਗ ਕਿੱਦਾਂ ਵਧੇ ਜੀ। ਬਿਲਕੁਲ, ਕੰਪਨੀ ਦਾ ਫਾਇਦਾ ਕੀ ਹੋਵੇ, ਕੰਪਨੀ ਕੋ ਦੌਲਤ ਕਿੱਦਾਂ ਆਏ, ਕੰਪਨੀ ਦੁਨੀਆ ਦੀ ਮਸ਼ਹੂਰ ਕੰਪਨੀਆਂ ਦੀ ਲਿਸਟ 'ਚ ਕਿੱਦਾਂ ਸ਼ਾਮਲ ਹੋਏ। ਤੇ ਪਹਿਲੀ ਗੱਲ ਤਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਗਵਰਨਮੈਂਟ ਦੇ ਟੀਚੇ 'ਚ ਔਰ ਪ੍ਰਾਈਵੇਟ ਕੰਪਨੀ ਦੇ ਟੀਚੇ 'ਚ ਫਰਕ ਹੈ। ਫਿਰ ਤੁਸੀਂ ਕਿਸ ਹਿਸਾਬ ਨਾਲ ਕਹਿੰਦੇ ਹੋ ਕਿ ਅਸੀਂ ਪ੍ਰਾਈਵੇਟ ਕਰਕੇ ਤੁਹਾਨੂੰ ਸਹੂਲਤ ਦੇ ਰਹੇ ਹਾਂ? ਤੁਸੀਂ ਸਹੂਲਤ ਨਹੀਂ ਦੇਣ ਜਾ ਰਹੇ।
ਤੁਸੀਂ ਪ੍ਰਾਈਵੇਟ ਕੰਪਨੀਆਂ ਦੇ ਹੱਥ ਖੇਤ ਨੂੰ ਵੇਚਣ ਜਾ ਰਹੇ ਤੇ ਉਹ ਵੀ ਹੈ ਨਾ, ਜਦੋਂ ਪ੍ਰਾਈਵੇਟ ਹੱਥਾਂ 'ਚ ਚਲੇ ਗਿਆ ਜੀ, ਉਹ ਆਪਦੇ ਮਨਮਰਜ਼ੀ ਦੇ ਫੀਸਾਂ ਲੈਣਗੇ, ਚਾਰजेस ਲੈਣਗੇ। ਜਿੱਦਾਂ ਟ੍ਰੇਨ ਦਾ ਸੀਗਾ, ਪੈਸੇਂਜਰ ਟ੍ਰੇਨ ਚੱਲਦੀ ਸੀ, ਮੇਰੇ ਵਰਗਾ 25 ਰੁਪਏ ਮੱਥਾ ਟੇਕ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ ਸੀ। ਜਦੋਂ ਪ੍ਰਾਈਵੇਟ ਕੰਪਨੀ ਨੇ ਉਹ ਲੈ ਹੀ ਲਿਆ ਆਪਦੇ ਦਾਇਰੇ ਦੇ ਵਿੱਚ, ਤਾਂ ਉਹਦਾ ਮਰਜ਼ੀ ਹੈ ਜੀ, ਜਿੰਨਾ ਮਰਜ਼ੀ ਲਏਗੀ ਉਹ, ਜੋ ਤੈਅ ਕਰੇ। ਇਹ ਫਿਰ ਆਮ ਜਨਤਾ ਦਾ ਨੁਕਸਾਨ ਹੀ ਹੋਊਗਾ ਨਾ ਜੀ। ਦੇਖੇ ਇਹ ਚ ਹੈ ਤਾਂ ਸਿੱਧੇ ਤੌਰ ਤੇ ਨੁਕਸਾਨ। ਸਾਰੇ ਲੋਕਾਂ ਨੂੰ ਜਾਣਾ ਚਾਹੀਦਾ ਫਿਰ ਅੰਦੋਲਨ ਦੇ ਵਿੱਚ ਇਕੱਲਾ। ਮੈਂ ਕਹਿੰਦਾ ਦੇਖੋ, ਪਹਿਲੀ ਗੱਲ ਤਾਂ ਇਹ ਅੰਦੋਲਨਕਾਰੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣ ਕਿ ਅੰਦੋਲਨ ਜਿਹੜਾ ਡੈਮੋਕ੍ਰੈਟਿਕ ਵੇ ਦੇ ਨਾਲ ਆਪਣੇ ਦੇਸ਼ ਦੀ ਚੁਣੀ ਹੋਈ ਸਰਕਾਰ ਨੂੰ ਇਹ ਅਹਿਸਾਸ ਦਿਲਾਉਣ ਲਈ ਹੈ ਕਿ ਤੁਹਾਡਾ ਇਹ ਫੈਸਲਾ ਜਿਹੜਾ ਹੈ ਉਹ ਗਲਤ ਹੈ। ਔਰ ਸਰਕਾਰ ਨੂੰ ਵੀ ਇਹ ਚਾਹੀਦਾ, ਮੈਂ ਹੈਰਾਨ ਹਾਂ ਸਰਕਾਰ ਦੇ ਰਵੱਈਏ ਤੇ ਕਿ ਤੁਸੀਂ ਇਹ ਕਹਿੰਦੇ ਮਿਸਾਲ ਦੇ ਤੌਰ ਤੇ ਘੱਟ ਗਿਣਤੀਆਂ ਲਈ ਕਾਨੂੰਨ ਬਣਾਇਆ, CA ਬਣਾਇਆ, NRC ਬਣਾਇਆ, ਪੂਰੇ ਦੇਸ਼ 'ਚ ਅੰਦੋਲਨ ਚੱਲ ਪਿਆ। ਅੰਦੋਲਨ ਚੱਲਣ ਤੋਂ ਬਾਅਦ ਜਿੱਦਾਂ ਹੁਣੀ ਪਰਸੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ MSP ਨਹੀਂ ਹਿੱਲੂਗੀ, ਯਾਨੀ ਮਿਨੀਮਮ ਸੇਲ ਪ੍ਰਾਈਸ ਜਿਹੜਾ ਹੈ ਨਾ ਉਹ ਨਹੀਂ ਹਿੱਲੂਗਾ। ਵਰਬਲੀ ਕਹਿ ਰਹੇ, ਜ਼ੁਬਾਨੀ। ਜਦੋਂ ਅੰਦੋਲਨ ਸ਼ਾਹੀਨ ਬਾਗ ਦਾ ਸ਼ੁਰੂ ਹੋਇਆ, ਜ਼ੁਬਾਨੀ ਇਹਨਾਂ ਨੇ ਕਿਹਾ ਜੀ ਇਹ ਕਾਨੂੰਨ ਨਾਗਰਿਕਤਾ ਲੈਣ ਦਾ ਹੈ, ਖੋਣ ਦਾ ਨਹੀਂ ਹੈ। ਵਰਬਲੀ ਕਿਹਾ। ਵਰਬਲੀ ਕਹਿਣ ਨਾਲ ਇਹ ਹੋਇਆ ਪੂਰੇ ਦੇਸ਼ 'ਚ ਅੰਦੋਲਨ ਤੇਜ਼ ਹੋ ਗਿਆ। ਆਖਰ ਹੋਮ ਮਿਨਿਸਟਰ ਨੂੰ ਪਾਰਲੀਮੈਂਟ 'ਚ ਜਾ ਕੇ ਲਿਖ ਕੇ ਦੇਣਾ ਪਿਆ ਕਿ ਇਹ ਕਾਨੂੰਨ ਜਿਹੜਾ ਨਾਗਰਿਕਤਾ ਲਊਗਾ ਨਹੀਂ, ਸਿਰਫ ਦਊ। ਵਰਬਲੀ ਤੋਂ ਬਾਅਦ ਤੁਸੀਂ ਲਿਖਣ ਤੇ ਆਏ, ਲੇਕਿਨ ਕਿਦੋਂ ਲਿਖਣ ਤੇ ਆਏ? ਜਦੋਂ ਪੂਰੇ ਇੰਡੀਆ 'ਚ ਸ਼ਹਿਰ 'ਚ ਅੰਦੋਲਨ ਸ਼ੁਰੂ ਹੋ ਗਏ, ਫਿਰ ਤੁਹਾਨੂੰ ਲੱਗਿਆ ਕਿ ਨਹੀਂ ਅਸੀਂ ਗਲਤ ਕਰ ਰਹੇ ਹਾਂ। ਹੁਣ ਤੁਹਾਡੇ ਸਾਹਮਣੇ 4 ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਾਨੂੰਨ ਗਲਤ ਹੈ, ਫਿਰ ਤੁਸੀਂ ਧੱਕੇ ਨਾਲ ਪਾਸ ਕਰ ਰਹੇ ਹੋ। ਉਹ 2 ਮਿੰਟ ਰੁਕ ਜਾਓ। ਇਹ ਜਿਹੜੀ ਕਿੰਨੀਆਂ ਜਥੇਬੰਦੀਆਂ, ਕੁੱਲ 21 ਜਥੇਬੰਦੀਆਂ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ, ਤੁਸੀਂ ਕੀ 21 ਬੰਦਿਆਂ ਨੂੰ ਬੁਲਾ ਕੇ ਬਹਿ ਕੇ ਗੱਲ ਨਹੀਂ ਕਰਦੇ? ਇਹਦਾ ਮਤਲਬ ਇਹ ਹੈ ਤੁਸੀਂ ਕਿਸਾਨਾਂ ਦੇ ਹੱਕ 'ਚ ਆਰਡੀਨੈਂਸ ਨਹੀਂ ਪਾਸ ਕੀਤਾ, ਤੁਸੀਂ ਸਿਆਸੀ ਹਵਾ ਪਰਖਣ ਦੇ ਲਈ ਇੱਕ ਕਾਨੂੰਨ ਬਣਾਇਆ। ਇਹ ਵਰਬਲੀ ਤਾਂ ਪ੍ਰਧਾਨ ਮੰਤਰੀ ਜੀ ਨੇ, ਮੈਨੂੰ ਯਾਦ ਆ, ਉਹ 15 ਲੱਖ ਵੀ ਕਿਹਾ ਸੀਗਾ, 15 ਲੱਖ ਆਊ, ਬਾਅਦ 'ਚ ਕਹਿੰਦੇ ਨਹੀਂ, ਇਹ ਤਾਂ ਜੁਮਲਾ ਸੀ। ਇੱਥੇ ਤੁਹਾਡੇ ਮੈਂ ਚਾਹੂੰਗਾ ਦੱਸੋ ਕਿ ਤੁਹਾਡੀ ਜਿਹੜੀ ਆਪਣੀ ਸਾਂਝ ਆ, ਤੁਹਾਡਾ ਕੀ ਪੱਖ ਰਹੂਗਾ ਇਸ ਸਾਰੇ ਵਿਸ਼ੇ 'ਤੇ? ਦੇਖੋ, ਅਸੀਂ ਅੱਜ ਤੋਂ 5 ਦਿਨ ਪਹਿਲਾਂ ਵੀ ਬੜੇ ਸ਼ਾਹ ਇਮਾਮ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਵੀ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਆਪਣੇ ਕਿਸਾਨ ਭਾਈਆਂ ਦੇ ਨਾਲ। ਇਹ ਜਿਹੜਾ ਅੰਦੋਲਨ ਹੈ, ਅਸੀਂ ਇਹਨੂੰ ਸਿਆਸੀ ਤੌਰ ਤੇ ਨਹੀਂ ਦੇਖ ਰਹੇ, ਅਸੀਂ ਇਹਨੂੰ ਸਮਾਜੀ ਤੌਰ ਤੇ ਦੇਖ ਰਹੇ। ਇਹ ਸਾਡਾ ਸਮਾਜ ਹੈ। ਕਿਸਾਨ ਜਿਹੜਾ ਹੈ ਕੋਈ ਸਾਡਾ ਸਿਆਸੀ ਮਸਲਾ ਨਹੀਂ ਹੈ। ਉਹਦੇ ਘਰ ਦੀ ਬਣਤ ਜਿਹੜੀ ਹੈ, ਉਹਦੇ ਘਰ ਦੀ ਜਿਹੜੀ ਖੁਸ਼ਹਾਲੀ ਹੈ, ਉਹ ਸਾਡੇ ਸਮਾਜਿਕ ਸੰਬੰਧਾਂ ਦੇ ਨਾਲ ਤਾਲੁਕ ਰੱਖਦੀ। ਕਿਸਾਨ ਖੁਸ਼ਹਾਲ ਹੋਏਗਾ ਤੇ ਮੰਡੀਆਂ ਖੁਸ਼ਹਾਲ ਹੋਣਗੀਆਂ, ਮੰਡੀਆਂ ਖੁਸ਼ਹਾਲ ਹੋਊਗਾ ਤੇ ਦੁਕਾਨਾਂ ਖੁਸ਼ਹਾਲ ਰਹਿਣਗੀਆਂ, ਤੇ ਉਹਦਾ ਵਪਾਰੀ ਜਿਹੜਾ ਉਹ ਅੱਛਾ ਹੋਏਗਾ। ਇਸ ਲਈ ਕਿਸਾਨ ਨੂੰ ਬਚਾਉਣਾ ਮੈਂ ਸਮਝਦਾ ਦੇਸ਼ ਦੀ ਹੋਂਦ ਹੈ। ਸ਼ੁਰੂ ਤੋਂ ਨਾਰਾ ਨਹੀਂ ਲਾਉਂਦੇ ਆਏ ਆਪਾਂ, ਇੱਕੋ ਹੀ ਨਾਰਾ ਲਾਇਆ, ਜੈ ਕਿਸਾਨ ਜੈ ਜਵਾਨ। 2 ਹੀ ਬੰਦਿਆਂ ਦੀ ਗੱਲ ਕੀਤੀ, ਇੱਕ ਬਾਰਡਰ ਤੇ ਲੜਨ ਵਾਲੇ ਜਵਾਨ ਦੀ, ਇੱਕ ਕਿਸਾਨ ਦੀ, ਕਿਉਂਕਿ ਇਹ ਦੋਨੋਂ ਹੀ ਦੇਸ਼ ਨੂੰ ਚਲਾਉਣ ਦੇ ਲਈ ਮੁੱਢਲੇ ਤੌਰ ਤੇ ਕੰਮ ਕਰਦੇ। ਜਦ ਅਸੀਂ ਜਵਾਨਾਂ ਦੇ ਲਈ ਕਰੋੜਾਂ ਰੁਪਏ ਦੇ ਬਜਟ ਹਰ ਸਾਲ ਪਾਸ ਕਰਦੇ ਤੇ ਕਿਸਾਨਾਂ ਦੇ ਲਈ ਨਹੀਂ, ਕਿਉਂ ਨਹੀਂ ਕਰ ਸਕਦੇ? ਕਰਨਾ ਚਾਹੀਦਾ ਸੀ। ਮੈਂ ਨਾ ਕੱਲ ਇੱਕ, ਚਲੋ ਮੈਂ ਉਹ ਚੀਜ਼ਾਂ ਨੂੰ ਵਿੱਚ ਨਾ ਲਿਆਵਾਂ ਤਾਂ ਚੰਗੀ ਗੱਲ ਆ, ਕੱਲ ਮੈਂ ਇੱਕ ਆਗੂ ਦੀ ਇੰਟਰਵਿਊ ਕਰਕੇ ਆਇਆ ਤੇ ਉਹ ਕਹਿੰਦਾ ਜੀ ਜ਼ਿਮੀਂਦਾਰਾਂ ਨੂੰ ਤਾਂ ਪਹਿਲਾਂ ਹੀ ਬੜੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਜੀ, ਬਿਜਲੀ ਫ੍ਰੀ ਹੈ ਇਹਨਾਂ ਨੂੰ ਸਬਸਿਡੀਆਂ ਨੇ ਜੀ, ਇਹ ਸਰਕਾਰਾਂ ਸਾਰੀਆਂ ਹੁਣ ਫੇਰ ਇਹਨਾਂ ਕੰਨੀ ਧਿਆਨ ਰੱਖੀਆਂ ਹੋਈਆਂ ਨੇ, ਇਹ ਆਪਦੀਆਂ ਰੋਟੀਆਂ ਸੇਕਦੇ ਨੇ। ਕੀ ਲੱਗਦਾ ਜੀ ਜੇ ਕਿਸਾਨਾਂ ਨੂੰ ਇਹਨਾਂ ਫੈਸਿਲਿਟੀਆਂ ਮਿਲਦੀਆਂ ਤਾਂ ਉਹ ਨਿੱਤ ਤਾਂ ਫਾਹੇ ਲੈਂਦੇ ਨੇ ਜੀ? ਉਹ ਇੱਦਾਂ ਹੈ ਕਿ ਅਸਲ ਦੇ ਵਿੱਚ ਤੁਹਾਨੂੰ ਮੈਂ ਸ਼ੁਰੂ 'ਚ ਇੱਕ ਗੱਲ ਕਹੀ ਕਿ ਅੱਜ ਕੱਲ੍ਹ ਸਿਆਸੀ ਜਮਾਤਾਂ ਦਾ ਜਿਹੜਾ ਉੱਪਰੋਂ ਆਰਡਰ ਆਉਣ ਵਾਲਾ ਹੈ, ਉਹੀ ਜਿਹੜੇ ਥੱਲੇ ਵਰਕਰ ਹੈ ਉਹਨੂੰ ਟੀਚਾ ਸਮਝਦੇ। ਅੱਜ ਤੋਂ ਪਹਿਲਾਂ ਇੱਦਾਂ ਨਹੀਂ ਹੁੰਦਾ ਸੀ। ਕਦੀ ਜਿੱਦਾਂ ਕੋਈ ਬੰਦਾ ਕਾਂਗਰਸ 'ਚ ਹੈ ਤੇ ਉਹਨੂੰ ਕਾਂਗਰਸ ਦੀ ਨੀਤੀ ਖਰਾਬ ਲੱਗੀ ਤੇ ਉਹਨੇ ਚਿੱਠੀ ਲਿਖ ਦੇਣੀ, ਜਨਾਬ ਤੁਹਾਡੀ ਨੀਤੀ ਗਲਤ ਹੈ, ਬਦਲੋ। ਕੋਈ ਅਕਾਲੀ ਦਲ 'ਚ ਉਹਨੇ ਚਿੱਠੀ ਲਿਖ ਦੇਣੀ ਕਿ ਜਨਾਬ ਜਥੇਦਾਰ ਜੀ ਨੀਤੀ ਬਦਲੋ, ਗਲਤ ਹੈ। ਭਾਜਪਾ ਵੀ ਹੁਣ ਨਹੀਂ ਉਹ ਗੱਲ ਰਹੀ। ਹੁਣ ਤਾਂ ਕਹਿੰਦੇ ਜੀ ਜੋ ਉੱਤੇ ਵਾਲਿਆਂ ਨੇ ਕਹਿਤਾ ਸੀ ਤਾਂ ਉਹਦੇ ਲਕੀਰ ਦੇ ਫਕੀਰ ਆ, ਭਾਵੇਂ ਉਹ ਗਲਤ ਕਿਹਾ ਹੋਵੇ ਭਾਵੇਂ ਸਹੀ ਕਿਹਾ। ਜੇ ਤੁਸੀਂ ਬੋਲੋਗੇ ਤਾਂ ਦੇਸ਼ ਧਰੋਹੀ ਕਹਿ ਦੋਗੇ, ਫਿਰ ਪਾਕਿਸਤਾਨ ਚਲੇ ਜਾਓ, ਫਿਰ ਤਾਂ ਇਹ ਗੱਲਾਂ ਹੁੰਦੀਆਂ ਨੇ। ਜਿਹੜਾ ਕੱਲ ਦੇ ਬੰਦ ਦੀ ਕਾਲ ਆ 25 ਤਰੀਕ ਦੀ, ਲਓਗੇ ਹਿੱਸਾ ਤੁਸੀਂ ਵੀ ਫਿਰ ਇਸ ਚੀਜ਼? ਬਿਲਕੁਲ, ਅਸੀਂ ਸਿਰਫ ਇਕੱਲੇ ਹੀ ਨਹੀਂ, ਸਾਰੇ ਪੰਜਾਬ ਦੇ ਮੁਸਲਮਾਨ ਆਪਣੇ ਆਪਣੇ ਏਰੀਏ 'ਚ, ਆਪਣੇ ਆਪਣੇ ਹਲਕਿਆਂ 'ਚ ਜਿੱਥੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਧਰਨਾ ਦੇਣਗੀਆਂ, ਕਾਲਾ ਦਿਵਸ ਮਨਾਉਣਗੀਆਂ, ਉਹਨਾਂ ਦੇ ਨਾਲ ਸ਼ਾਮਲ ਰਹਿਣਗੇ। ਔਰ ਸਿਰਫ ਕੱਲ੍ਹ ਹੀ ਨਹੀਂ, ਜਿੰਨੀ ਦੇਰ ਵੀ ਅੰਦੋਲਨ ਚੱਲੇਗਾ। ਅਸੀਂ ਸ਼ਾਹੀਨ ਬਾਗ ਦਾ ਅੰਦੋਲਨ 4 ਮਹੀਨੇ ਚਲਾਇਆ, ਕਿਸਾਨ ਜਥੇਬੰਦੀਆਂ ਸਾਡੇ ਨਾਲ ਸੀ। ਜੇ ਉਹ ਅੱਜ ਖੜੀਆਂ ਤੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਹੋਵਾਂਗੇ। ਕਿਉਂਕਿ ਜਦੋਂ ਮੈਨੂੰ ਯਾਦ ਆ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਥਾਂ ਤੇ ਧਰਨੇ ਲੱਗੇ, ਤਾਂ ਉਦੋਂ ਵੀ ਮੁਸਲਮਾਨ ਭਾਈਚਾਰੇ ਨੇ ਬਹੁਤ ਬਰਾਬਰ ਹੋ ਕੇ ਸਾਥ ਦਿੱਤਾ। ਚਲੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਇਹ ਸਰਕਾਰਾਂ ਝੁਕਦੀਆਂ ਨੇ ਕਿ ਨਹੀਂ। ਪਰ ਇੱਥੇ ਇੱਕ ਮੈਨੂੰ ਜਾਂਦੇ ਮੈਂ ਤੁਹਾਨੂੰ ਆਖਰ ਦੇ ਵਿੱਚ ਪੁੱਛਾਂ ਕਿ ਜਿਹੜੇ ਰਾਜਨੀਤਿਕ ਲੀਡਰ ਨੇ ਅੱਜ, ਉਹ ਮਗਰਮੱਛ ਦੇ ਹੰਝੂ ਨਹੀਂ ਸਿੱਟ ਰਹੇ। ਪਹਿਲਾਂ ਤਾਂ ਜੀ ਉਹ ਇੱਕ ਤਾਂ ਇੱਦਾਂ ਦੇ ਸਾਡੇ ਬਾਬਾ ਬੋੜ ਨੇ ਪੰਜਾਬ ਦੇ, ਉਹ ਥੋੜ੍ਹੇ ਦਿਨ ਪਹਿਲਾਂ ਤਾਂ ਫਾਇਦੇ ਗਿਣਾ ਰਹੇ ਸੀ ਕਿ ਇਸ ਆਰਡੀਨੈਂਸ ਜੀ ਕਿਸਾਨਾਂ ਦੇ ਹੱਕ 'ਚ ਆ, ਇਹਨਾਂ ਦੀ ਆਮਦਨ ਦੁੱਗਣੀ ਹੋ ਜੂਗੀ। ਜਦੋਂ ਦੇਖਿਆ ਕਿ ਲੋਕ ਤਾਂ ਸਾਡੇ ਖਿਲਾਫ ਹੋ ਗਏ, ਲੋਕ ਸੜਕਾਂ 'ਤੇ ਉਤਰੇ, ਉਹ ਕਹਿੰਦੇ ਨਹੀਂ ਜੀ ਹੁਣ ਤਾਂ ਅਸੀਂ ਅਸਤੀਫੇ ਵੀ ਦੇਤੇ, ਅਸੀਂ ਤਾਂ ਜੀ ਖਿਲਾਫ।
ਇਹ ਤਾਂ ਦੇਖੋ, ਇਹ ਤਾਂ ਸਭ ਨੂੰ ਪਤਾ ਹੀ ਹੈ। ਅਸਲ 'ਚ ਕਿਸਾਨ ਅੰਦੋਲਨ 'ਚ ਅਗਰ ਕੋਈ ਸਿਆਸੀ ਜਮਾਤਾਂ ਆਪਣਾ ਅਲੱਗ ਟੀਚਾ ਲੈ ਕੇ ਸੋਚਦੀਆਂ ਵੀ ਅਸੀਂ ਕੋਈ ਇਹ 'ਚ ਫਾਇਦਾ ਚੱਕ ਲੈਣਾ, ਤੇ ਮੇਰੀ ਸਮਝ 'ਚ ਕੋਈ ਬੰਦਾ ਇਹਦਾ ਫਾਇਦਾ ਨਹੀਂ ਚੱਕ ਸਕੇਗਾ, ਕਿਉਂਕਿ ਕਿਸਾਨਾਂ ਦਾ ਜਿਹੜਾ ਮਸਲਾ ਹੈ ਮੁੱਢਲੀ ਤੌਰ ਤੇ ਉਹਨਾਂ ਦੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ ਜੀ। ਇਹਦਾ ਨਹੀਂ ਹੁਣ ਜਿੱਦਾਂ ਸਰਕਾਰ ਨੇ ਕਿਹਾ ਇਸ ਨਵੇਂ ਆਰਡੀਨੈਂਸ ਵੀ ਕਿਸਾਨ ਚਾਹੇ ਤੇ ਆਪਣੀ ਫਸਲ ਸਟੋਰ ਕਰ ਲਵੇ, ਉਹ ਜਿਹਦੇ 25-50 ਕਿੱਲੇ ਹੈ ਉਹਨੇ ਕਿੱਥੇ ਰੱਖਣਾ ਸਮਾਨ, ਕਿੱਥੇ ਸਟੋਰ ਕਰਨੀ ਹੈ ਜੀ? ਉਹ ਇੰਨੀਆਂ ਸਬਜ਼ੀਆਂ ਜਾਂ ਇੰਨਾ ਸਮਾਨ, ਇੰਨੀਆਂ ਦਾਲਾਂ, ਕਣਕ, ਜੀਰੀ ਕਿੱਥੇ ਰੱਖ ਲਈਏ ਲਿਜਾ ਕੇ? ਬਿਲਕੁਲ ਤੇ ਇਹ ਤਾਂ ਬਿਲਕੁਲ ਬਚਕਾਨਾ ਗੱਲ ਹੈ ਕਿ ਜੇ ਦੁੱਧ ਵੇਚਣਾ ਹੈ ਤੇ ਵੀ ਤੁਹਾਨੂੰ ਲਾਇਸੈਂਸ ਲੈਣਾ ਹੋਏਗਾ। ਜੀ। ਤੇ ਐਸੇ ਇਹ ਆਰਡੀਨੈਂਸ ਨਹੀਂ ਹੈ। ਆਰਡੀਨੈਂਸ ਤਾਂ ਇਹ ਹੁੰਦਾ ਕਿ ਤੁਸੀਂ ਤੈਅ ਕਰਦੇ ਕਿ ਹਰ ਸਾਲ ਕਿਸਾਨ ਦੀ ਜਿਹੜੀ ਫਸਲ ਹੈ ਕੰਪਨੀਆਂ ਜਿਹੜੀ ਭਾਅ ਤੇ ਬਾਹਰ ਵੇਚ ਰਹੀਆਂ ਉਹਦੇ ਮੁੱਲ ਕਰਨ ਦੇ ਹਿਸਾਬ ਨਾਲ ਸਿਰਫ 10% ਆਪਣਾ ਫਾਇਦਾ ਰੱਖ ਕੇ ਉਹ ਫਸਲ ਜਿਹੜੀ ਆ ਉਹ ਚੱਕਣਗੀਆਂ, ਬਾਕੀ ਕਿਸਾਨ ਨੂੰ ਦਿੱਤਾ ਜਾਏਗਾ। ਕੰਪਨੀ 5 ਰੁਪਏ ਲੈ ਕੇ ਉਹਦੀ ਪੈਕਿੰਗ ਕਰਕੇ 105 ਰੁਪਏ ਦੀ ਵੇਚ ਰਹੀ ਹੈ, ਤੇ ਕਿਸਾਨ ਤਾਂ ਉੱਤੇ ਫਾਇਦੇ ਲਈ ਜਾਂਦਾ, ਕਿਸਾਨ ਦਾ ਤਾਂ ਕਰਜ਼ਾ ਹੀ ਨਹੀਂ ਉਤਰਦਾ ਪਿਆ। ਕਿਸਾਨ ਦੇ ਤਾਂ ਖੇਤ ਮਜ਼ਦੂਰ ਨੂੰ ਦੇ ਪੱਲੇ ਕੁਝ ਨਹੀਂ ਜਾ ਰਿਹਾ, ਤੇ ਨਾ ਉਹ ਜਦੋਂ ਲਿਫਟਿੰਗ ਹੁੰਦੀ ਹੈ ਨਾ ਉਦੋਂ ਕਿਸਾਨ ਦੇ ਤੋਂ ਉਹਦਾ ਖਰਚਾ ਆਪਣਾ ਪੂਰਾ ਨਹੀਂ ਹੁੰਦਾ। ਇਹ ਤਾਂ ਚਲੋ ਪਹਿਲਾਂ ਕਿਸਾਨ ਨੂੰ ਤਾਂ ਇਹ ਤਾਂ ਸੀ ਨਾ ਵੀ ਫਸਲ ਚੱਕੀ, ਆੜਤੀਆ ਤਿਆਰ ਬੈਠਾ, ਪਿੱਛੋਂ ਪੰਜਾਬ ਸਰਕਾਰ ਨੇ ਜਾਂ ਜਿਹੜੀਆਂ ਵੀ ਸਟੇਟ ਦੀਆਂ ਗਵਰਨਮੈਂਟ ਆ ਉਹਨਾਂ ਨੇ ਤੈਅ ਕੀਤਾ ਹੈ, ਐਸਡੀਐਮ ਦੀ ਡਿਊਟੀ ਲਾਈ ਹੈ, ਡੀਸੀ ਦੀ ਵੀ, ਫਸਲ ਚੱਕਣੀ ਹੈ ਹਫਤੇ ਦੇ ਵਿੱਚ। ਇਹ ਤਾਂ ਸੀਗਾ ਨਾ ਵੀ ਚਲੋ ਜਾ ਰਹੇ ਮੰਡੀ ਤੇ ਕੰਮ ਹੋਣ ਵਾਲਾ। ਹੁਣ ਤਾਂ ਤੁਸੀਂ ਨਵਾਂ ਕੰਮ ਕਰਤਾ, ਇਹਦੇ ਨਾਲ ਤਾਂ ਨਵੀਂ ਪਰੇਸ਼ਾਨੀ ਜਿਹੜੀ ਹੈ ਖੜੀ ਹੋ ਗਈ। ਜਿਹਦੇ 2 ਕਿੱਲੇ ਆ ਉਹ ਟਰਾਲੀ ਭਰ ਕੇ ਕਿੱਥੇ ਚੱਲ ਜਵੇ? ਉਹ ਤਾਂ ਫਿਰ ਉਹਨੂੰ ਨਵੇਂ ਪੂੰਜੀਪਤੀਆਂ ਨੇ ਦੱਸਣਾ ਕਿ ਜੀ ਅਸੀਂ ਤਾਂ ਤੇਰਾ ਸਮਾਨ ਜਿਹੜਾ ਘੱਟ ਪੈਸੇ 'ਤੇ ਖਰੀਦਣਾ ਵੇਚਣਾ ਵੇਚੋ, ਨਹੀਂ ਤਾਂ ਚੱਲ ਜਾਓ ਕਿਤੇ ਹੋਰ ਚੱਲ ਜਾਓ। ਹੁਣ ਉਹ ਵਿਚਾਰਾ ਕਿੱਥੇ ਫਿਰਦਾ ਰਹੇ ਟਰਾਲੀ ਚੱਕ ਕੇ? ਤੇ ਇਸ ਲਈ ਐਸਾ ਹੈ ਕਿ ਮੈਂ ਸਰਕਾਰ ਨੂੰ ਸਿਰਫ ਇਹ ਕਹਿਣਾ ਚਾਹੁੰਦਾ, ਮੇਰੀ ਬੇਨਤੀ ਇਹ ਹੈ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਓ। ਜਿਹੜੀ ਪਾਰਲੀਮੈਂਟ ਹੈ ਉਹ ਬਣਾਈ ਇਸੇ ਲਈ ਹੈ ਕਿ ਅਸੀਂ ਨਵੇਂ ਕਾਨੂੰਨ ਬਣਾਈਏ ਲੋਕਾਂ ਦੇ ਫਾਇਦੇ ਲਈ। ਕਾਨੂੰਨ ਬਣਾਓ, ਲੇਕਿਨ ਕਾਨੂੰਨ ਬਣਾਉਣ ਤੋਂ ਪਹਿਲਾਂ ਜਿਹੜੀ ਵੀ ਸੰਸਥਾ ਦੇ ਲਈ ਜਾਂ ਜਿਹੜੇ ਲੋਕਾਂ ਲਈ, ਜਿਸ ਵਰਗ ਦੇ ਲਈ, ਚਾਹੇ ਕਿਸਾਨ ਵਰਗ ਹੋਣ, ਚਾਹੇ ਘੱਟ ਗਿਣਤੀਆਂ ਹੋਣ, ਚਾਹੇ ਹਿੰਦੂ ਮੈਰਿਜ ਐਕਟ ਹੋਵੇ, ਚਾਹੇ ਆਨੰਦ ਕਾਰਜ ਐਕਟ ਹੋਵੇ, ਚਾਹੇ ਮੁਸਲਿਮ ਪਰਸਨ ਲਾ ਬੋਰਡ ਹੋਵੇ, 3 ਤਲਾਕ ਦਾ ਮਸਲਾ ਹੋਵੇ, ਚਾਹੇ ਵੂਮਨ ਸੇਫਟੀ ਐਕਟ, ਜਿਹੜੀ ਵੀ ਵਰਗ ਦੇ ਲਈ ਤੁਸੀਂ ਕਾਨੂੰਨ ਬਣਾਉਣ ਜਾਂਦੇ ਹੋ, ਘੱਟੋ ਘੱਟ ਉਸ ਵਰਗ ਦੇ ਲੋਕਾਂ ਨੂੰ ਬੁਲਾ ਕੇ ਇੱਕ ਵਾਰੀ ਪੁੱਛੋ ਤਾਂ ਸਹੀ। ਉਹ ਜਿਹਨੂੰ ਨਿਯਮਤ ਦੇਣੀ ਹੈ ਘੱਟੋ ਘੱਟ ਉਹਨੂੰ ਤਾਂ ਪੁੱਛੋ ਵੀ ਤੈਨੂੰ ਚੰਗ ਪਸੰਦ ਹੈ ਕਿ ਨਹੀਂ ਪਸੰਦ। ਅਗਲਾ ਕਹੇ ਮੈਨੂੰ ਪਸੰਦ ਹੈ ਤੇ ਦੇ ਦਿਓ, ਨਹੀਂ ਪਸੰਦ ਤੇ ਉਹਨੂੰ ਪੁੱਛੋ ਕੀ ਪਸੰਦ ਹੈ, ਉਸ ਤਰੀਕੇ ਦੇ ਹਿਸਾਬ ਨਾਲ ਕਾਨੂੰਨ ਬਣਾਓ ਤਾਂ ਕਿ ਤੁਹਾਡੀ ਵੀ ਕੋਈ ਵਡਿਆਈ ਹੋਵੇ ਤੇ ਅਗਲੇ ਦਾ ਵੀ ਕੋਈ ਫਾਇਦਾ ਹੋਵੇ। ਮੇਰਾ ਲਾਸਟ ਸਵਾਲ, ਜਦੋਂ ਨਾ ਸ਼ਾਹੀਨ ਬਾਗ ਤੋਂ ਮੈਨੂੰ ਯਾਦ ਆਇਆ, ਜਦੋਂ ਇਹ ਮੁਸਲਮਾਨ ਭਾਈਚਾਰੇ ਦਾ ਅੰਦੋਲਨ ਉੱਠਿਆ ਸੀ, ਇਹ NCR NPR ਦਾ, ਉਦੋਂ ਨਾ ਬੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਦੰਗੇ ਕਰਵਾਉਣ ਦੀਆਂ ਵੀ ਕੀਤੀਆਂ ਗਈਆਂ ਕਿ ਕਿਸ ਨਾ ਕਿਸ ਤਰੀਕੇ ਨਾਲ ਇਹ ਅੰਦੋਲਨ ਫੇਲ ਹੋ ਗਏ। ਮੈਨੂੰ ਪਰਸਨਲੀ ਲੱਗਦਾ ਕਿਤੇ ਕਿ ਕਿਸਾਨੀ ਅੰਦੋਲਨ ਜਿਹੜਾ ਅੱਜ ਸਿਖਰਾਂ ਦੇ ਉੱਤੇ ਆ, ਸਰਕਾਰਾਂ ਨੂੰ ਝੁਕਣਾ ਪੈ ਰਿਹਾ, ਲੀਡਰ ਵੱਡੇ ਵੱਡੇ ਆ ਕੇ ਖੜ ਗਏ ਕਿ ਅਸੀਂ ਤੁਹਾਨੂੰ ਮਜਬੂਰੀ ਵਾਸੀ ਆਏ ਨੇ ਜੀ, ਪਤਾ ਸਾਨੂੰ ਵੀ ਆ ਕਿ ਇਹ ਤਾਂ ਨਹੀਂ ਕਿਤੇ ਕੋਈ ਇਦਾਂ ਦੀ ਸ਼ਰਾਰਤ ਵੀ ਹੋ ਸਕਦੀ ਆ ਕਿ ਦੰਗਾ ਕਰਵਾਇਆ ਜਾਵੇ ਜਾਂ ਵਿੱਚ ਕੋਈ ਸ਼ਰਾਰਤੀ ਬੰਦੇ ਵਾਰ ਦਿੱਤੇ ਜਾਣ। ਇਸ ਚੀਜ਼ ਲਈ ਕੀ ਕਹੋਗੇ ਕਿਸਾਨਾਂ ਨੂੰ? ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ, ਸਾਰੇ ਜਿਹੜੇ ਵੀ ਲੋਕ ਧਰਨਿਆਂ 'ਚ ਸ਼ਾਮਲ ਹੋਣਗੇ, ਮੈਂ ਸ਼ੁਰੂ 'ਚ ਵੀ ਤੁਹਾਨੂੰ ਇੱਕ ਗੱਲ ਕਹੀ ਕਿ ਜਿਹੜਾ ਵਿਰੋਧ ਹੈ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਣੀ ਇੱਕ ਚੁਣੀ ਹੋਈ ਸਰਕਾਰ ਦੇ ਗਲਤ ਫੈਸਲੇ ਨੂੰ ਬਦਲਣ ਲਈ ਵਿਰੋਧ ਕਰ ਰਹੇ ਹਾਂ। ਆਪਣੇ ਹੀ ਦੇਸ਼ ਦੇ ਵਿੱਚ ਐਸਾ ਫੈਸਲਾ ਤਬਦੀਲ ਕਰਾਉਣਾ ਜਿਹੜਾ ਕਿ ਸਾਡੇ ਇਖਤਿਆਰ ਦੇ ਵਿੱਚ ਹੈ, ਤੇ ਉਹਦੀ ਵਿਰੋਧਤਾ ਕਰਨੀ ਜਿਹੜੀ ਹੈ ਉਹ ਡੈਮੋਕ੍ਰੈਟਿਕ ਹੱਕ ਹੈ ਤੁਹਾਡਾ, ਲੇਕਿਨ ਉਹ ਹੱਕ ਜਿਹੜਾ ਹੈ ਉਹਨਾਂ ਤਰੀਕਿਆਂ ਨਾਲ ਹੀ ਇਸਤੇਮਾਲ ਕੀਤਾ ਜਾਵੇ ਜਿਹੜਾ ਤਰੀਕਾ ਜਿਹੜਾ ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ ਹੈ। ਹਾਂ, ਉਸੇ ਤਰੀਕੇ ਦੇ ਅੰਦਰ ਰਹਿ ਕੇ ਕਰਾਂਗੇ ਤੇ ਮੈਂ ਸਮਝਦਾ ਕਿ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਏਗਾ। ਸੋ ਬਹੁਤ ਬਹੁਤ ਧੰਨਵਾਦ। ਇਹ ਸਨ ਸ਼ਾਹੀ ਇਮਾਮ ਜੀ, ਤੇ ਅਸੀਂ ਆਪਣੇ ਅਦਾਰੇ ਰਾਹੀਂ ਵੀ ਇਹ ਬੇਨਤੀ ਕਰਾਂਗੇ ਕਿ ਜਿਹੜੇ ਅੱਜ ਸੜਕਾਂ ਦੇ ਉੱਤੇ ਕਿਸਾਨ, ਮਜ਼ਦੂਰ, ਦੁਕਾਨਦਾਰ ਜਿਹੜੇ ਸੜਕਾਂ ਦੇ ਉੱਤੇ ਉਤਰੇ ਹੋਏ ਨੇ, ਉਹਨਾਂ ਨੂੰ ਬੜਾ ਚੌਕਸ ਰਹਿਣ ਦੀ ਲੋੜ ਆ, ਕਿਉਂਕਿ ਜਿਹੜਾ ਇਹ ਅੰਦੋਲਨ ਆ ਅੱਜ ਸਰਕਾਰਾਂ ਨੂੰ ਸੋਚਣ ਦੇ ਉੱਤੇ ਮਜਬੂਰ ਕਰੀ ਬੈਠਾ ਹੈ। ਬੜੀਆਂ ਸ਼ਰਾਰਤਾਂ ਹੋ ਸਕਦੀਆਂ ਨੇ, ਬੜੇ ਤਰੀਕੇ ਇਸ ਤਰ੍ਹਾਂ ਦੇ ਅਪਣਾਏ ਜਾ ਸਕਦੇ ਆ ਇਸ ਅੰਦੋਲਨ ਨੂੰ ਫੇਲ ਕਰਨ ਦੇ ਲਈ, ਕਿਉਂਕਿ ਅੱਜ ਤੱਕ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆਏ ਹਾਂ ਕਿ ਜਦੋਂ ਵੀ ਕੋਈ ਅੰਦੋਲਨ ਹੋਇਆ ਤਾਂ ਉਹਦੇ ਆਗੂ ਨੇ ਜਿਹੜੇ ਉਹ ਵਿਕਦੇ ਆਏ ਨੇ। ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਆਗੂ ਜਿਹੜੇ ਨੇ ਉਹ ਆਪਦੀਆਂ ਚੇਅਰਮੈਨੀਆਂ ਲੈ ਕੇ, ਆਪਦੀਆਂ ਪ੍ਰਧਾਨਗੀਆਂ ਲੈ ਕੇ ਸਾਡੀ ਕੌਮ ਨੂੰ, ਸਾਡੇ ਉਸ ਸੰਘਰਸ਼ ਨੂੰ ਵੇਚਦੇ ਆਏ ਨੇ। ਪਰ ਦੇਖਣ ਵਾਲਾ ਇਹ ਹੋਵੇਗਾ ਕਿ ਜਿਹੜਾ ਆਹ ਅੰਦੋਲਨ ਹੈ ਇਹਦੇ ਵੇਲੇ ਵਿੱਚ ਜਿਹੜੇ ਆਗੂ ਨੇ ਇਹ ਇੱਕ ਅੰਦੋਲਨ, ਇੱਕ ਪ੍ਰਧਾਨ ਚੁਣ ਲੈਣ ਤਾਂ ਕਿ ਜਿਹੜੀ ਸਾਡੇ ਨਾਲ ਪਹਿਲਾਂ ਸਮੇਂ ਦੇ ਵਿੱਚ ਸਾਡੇ ਆਪਣਿਆਂ ਨੇ ਸਾਡੇ ਪਿੱਠ ਦੇ ਵਿੱਚ ਛੁਰੇ ਮਾਰੇ ਨੇ, ਅੰਦੋਲਨ ਫੇਲ ਹੋਏ ਨੇ, ਕਿਤੇ ਇਹ ਨਾ ਹੋ ਜਾਵੇ, ਕਿਉਂਕਿ ਜੇ ਇਸ ਵਾਰ ਅੰਦੋਲਨ ਫੇਲ ਹੋ ਗਿਆ ਤਾਂ ਕਿਸਾਨ ਤਾਂ ਕੀ, ਆਮ ਮਜ਼ਦੂਰ ਨੂੰ ਵੀ ਹੱਕ ਲੈਣਾ ਬੜਾ ਮੁਸ਼ਕਿਲ ਹੋ ਜਾਵੇਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਦੋਲਨ ਆ ਕਿੰਨੇ ਲੰਬੇ ਸੰਘਰਸ਼ ਦੇ ਵਿੱਚ ਚੱਲਦਾ ਤੇ ਕਿੰਨੀਆਂ ਜਿਹੜੀਆਂ ਸਰਕਾਰਾਂ ਨੇ ਇਸ ਤੋਂ
ਡਰ ਕੇ ਜਾਂ ਇਸ ਨੂੰ ਵਿਰੋਧ ਨੂੰ ਦੇਖ ਕੇ ਉਸ ਕਿਸਾਨ ਦੇ ਹੱਕ ਦੇ ਵਿੱਚ ਉਤਰਦੀਆਂ ਨੇ ਤੇ ਇਸ ਆਰਡੀਨੈਂਸ ਨੂੰ ਵਾਪਸ ਲੈਂਦੀਆਂ ਨੇ। ਕੈਮਰਾਮੈਨ ਹੈਰੀ ਦੇ ਨਾਲ ਤਰਲੋਚਨ ਸਿੰਘ, ਪ੍ਰਾਈਮ ਉਹਦੇ, ਲੁਧਿਆਣਾ।